चैप्टर 14 9th क्लास मैथ स्टैटिस्टिक्स। व्हाट इज स्टैटिस्टिक्स ये देखिए कहता द इन्फॉर्मेशन इन द फॉर्म ऑफ फैक्ट। कोई भी ਨੂਮੈਰੀਕਲ ਫਿਗਰਸ ਨੇ ਟੇਬਲਸ ਨੇ ਗ੍ਰਾਫ ਨੇ ਇਹ ਆਪਾਂ ਜਿਹੜੀ ਇਨਫੋਰਮੇਸ਼ਨ ਕਿੱਥੋਂ ਲੈਂਦੇ ਆ ਨਿਊਜ਼ਪੇਪਰਸ ਤੋਂ ਟੈਲੀਵਿਜ਼ਨਸ ਤੋਂ ਮੈਗਜ਼ੀਨਸ ਤੋਂ ਜਾਂ ਮੀਡੀਆ ਤੋਂ ਲੈਂਦੇ ਆ। ਜਿੱਦਾਂ ਕ੍ਰਿਕਟ ਬਾਰੇ ਵੀ ਹੋ ਸਕਦੀ ਹੈ, ਕੰਪਨੀਆਂ ਦੇ ਪ੍ਰੋਫਿਟ ਬਾਰੇ ਵੀ ਹੋ ਸਕਦੀ, ਟੈਂਪਰੇਚਰ ਸ਼ਹਿਰ ਦਾ ਵੀ ਹੋ ਸਕਦਾ, ਐਕਸਪੈਂਡੀਚਰ ਇਨ ਵੇਰੀਅਸ ਸੈਕਟਰਸ ਆਫ 5 ਈਅਰ ਪਲਾਨ, ਪੋਲਿੰਗ ਦੇ ਰਿਜ਼ਲਟ ਹੋ ਸਕਦੇ। ਇੱਦਾਂ ਦੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਇਹ ਜਿੰਨੀ ਨੂਮੈਰੀਕਲ ਇਨਫੋਰਮੇਸ਼ਨ ਆ ਅਸੀਂ ਕਲੈਕਟ ਕਰਦੇ ਹਾਂ ਫੋਰ ਡੈਫੀਨੇਟ ਪਰਪਜ਼, ਕਿਸੇ ਪਰਪਜ਼ ਲਈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਡਾਟਾ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਮੈਂ ਟੈਂਪਰੇਚਰ ਆਫ ਸਿਟੀ ਆ ਕਲੈਕਟ ਕੀਤਾ, ਮੰਡੇ 5 ਡਿਗਰੀ ਸੈਲਸੀਅਸ ਸੀ, ਟਿਊਜ਼ਡੇ 7 ਡਿਗਰੀ, ਵੈਡਨਸਡੇ 12 ਡਿਗਰੀ, ਥਰਸਡੇ 6 ਡਿਗਰੀ, ਫਰਾਈਡੇ 15 ਡਿਗਰੀ, ਸੈਚਰਡੇ 10 ਡਿਗਰੀ ਸੈਲਸੀਅਸ। ਇਹ ਮੇਰਾ ਡਾਟਾ ਬਣ ਗਿਆ। ਹੁਣ ਮੈਂ ਇਹਨੂੰ ਕਿਸੇ ਪਰਪਜ਼ ਲਈ ਯੂਜ਼ ਕਰਦਾ ਤਾਂ ਇਹ ਬਣ ਗਿਆ ਮੇਰੇ ਲਈ ਉਸ ਪਰਪਜ਼ ਲਈ ਜਿਸ ਪਰਪਜ਼ ਲਈ ਮੈਂ ਯੂਜ਼ ਕਰਨਾ। ਮੰਨ ਲਓ ਮੈਂ ਦੇਖਣਾ ਚਾਹੁੰਦਾ ਵੀ ਕਿੰਨੀ ਕੁ ਸਰਦੀ ਪੈ ਰਹੀ ਹੈ, ਕਿਸ ਢੰਗ ਨਾਲ ਉਹ ਟੈਂਪਰੇਚਰ ਫਾਲ ਕਰ ਰਿਹਾ, ਰਾਈਜ਼ ਕਰ ਰਿਹਾ, ਫਿਰ ਉਹਨੂੰ ਮੈਂ ਅੱਗੇ ਕਿਸ ਤਰ੍ਹਾਂ ਇਹਨੂੰ ਕਿਸੇ ਕੰਮ ਲਈ ਯੂਜ਼ ਕਰਦਾ। ਦੈਟ ਇਜ਼ ਦਾ ਇਹ ਮੇਰਾ ਜਿਹੜਾ ਡਾਟਾ ਹੋ ਗਿਆ ਇਹ ਰਾ ਡਾਟਾ ਹੈ। ਇੱਦਾਂ ਹੀ ਵੇਟ ਆਫ ਸਟੂਡੈਂਟਸ ਹੈ, ਰਾਮ ਦਾ ਭਾਰ 35 ਕਿਲੋਗ੍ਰਾਮ, ਸ਼ਾਮ ਦਾ 32 ਕਿਲੋ। ਇੱਦਾਂ ਮੈਂ 20 ਸਟੂਡੈਂਟਸ ਦਾ ਡਾਟਾ ਇਕੱਠਾ ਕੀਤਾ, ਉਹਨਾਂ ਦਾ ਵੇਟ ਦਾ। ਇੱਥੋਂ ਮੈਨੂੰ ਪਤਾ ਲੱਗ ਜਾਏਗਾ ਵੀ ਕਿਹੜਾ ਬੱਚਾ ਅੰਡਰ ਵੇਟ ਹੈ ਅਤੇ ਕਿਹੜਾ ਓਵਰ ਵੇਟ ਆ ਆਪਣੀ ਕਲਾਸ ਦਾ। ਮੰਨ ਲਓ 9th ਕਲਾਸ ਹੀ ਹੈ। ਇਸੇ ਤਰ੍ਹਾਂ ਹੀ ਆਪਾਂ ਜਨਗਣਨਾ ਦੇ ਵਿੱਚ ਡਾਟਾ ਇਕੱਠਾ ਕਰਦੇ ਹਾਂ। ਗਰਲਜ਼ ਬਿਲੋ 18 ਈਅਰਸ 40,000, ਬੋਆਇਜ਼ 50,000 ਆ ਕਿਸੇ ਸਿਟੀ ਦੇ, ਮੇਲ 60,000, ਫੀਮੇਲ 58,000। ਮੰਨ ਲਓ ਇਹ ਡਾਟਾ ਆਪਾਂ ਇਕੱਠਾ ਕੀਤਾ। ਇੱਥੋਂ ਫਿਰ ਪਤਾ ਲੱਗ ਜਾਂਦਾ ਮੇਲ ਅਤੇ ਫੀਮੇਲਸ ਦੀ ਕਿੰਨੀ ਗਿਣਤੀ ਆ। ਫਿਰ ਉਹਨਾਂ ਦੀ ਹੈਲਥ ਬਾਰੇ ਵੀ ਆਪਾਂ ਡਾਟਾ ਨਾਲ ਇਕੱਠਾ ਕਰਦੇ। ਜੋ ਸੈਂਸਸ ਹੁੰਦਾ ਉਦੋਂ ਅਸੀਂ ਇਹ ਡਾਟਾ ਇਕੱਠਾ ਕਰਦੇ ਹਾਂ। ਇਹਨੂੰ ਠੀਕ ਕਰ ਲਓ ਜਰਾ। ਇਹ ਪਾਪੂਲੇਸ਼ਨ ਜਦੋਂ ਸੈਂਸਸ ਹੁੰਦੀ ਹੈ, ਜਨਗਣਨਾ ਹੁੰਦੀ ਹੈ, ਉਦੋਂ ਇਹ ਡਾਟਾ ਇਕੱਠਾ ਕੀਤਾ ਜਾਂਦਾ ਹੈ। ਫਿਰ ਇਹਦੇ ਨਾਲ ਵੱਖਰੀਆਂ ਵੱਖਰੀਆਂ ਡਿਵੈਲਪਮੈਂਟ ਪਲਾਨਸ ਬਣਾਈਆਂ ਜਾਂਦੀਆਂ। ਫਿਰ ਉੱਤੋਂ ਸੈਂਟਰ ਜਾਂ ਸਟੇਟ ਵੱਲੋਂ ਗ੍ਰਾਂਟਸ ਆਉਂਦੀਆਂ ਨੇ ਉਸ ਜਗ੍ਹਾ ਦੀ ਡਿਵੈਲਪਮੈਂਟ ਲਈ। ਲੋ ਅੱਗੇ ਆ ਗਿਆ ਡਾਟਾ ਆਪਾਂ ਕਲੈਕਟ ਕੀਤਾ। ਜਿਸ ਤਰ੍ਹਾਂ ਹਾਈਟ ਆਫ 20 ਸਟੂਡੈਂਟਸ ਆਫ ਯੂਅਰ ਕਲਾਸ, ਨੰਬਰ ਆਫ ਐਬਸੈਂਟੀਜ਼ ਇਨ ਦਾ ਕਲਾਸ for a month, the number of members of the family of your classmates, height of 15 plants in or around your school, the daily temperature of your locality or city। ਇਸ ਤਰ੍ਹਾਂ ਆਪਾਂ ਡਾਟਾ ਵੱਖਰੀ ਵੱਖਰੀ ਇਕੱਠੇ ਕਰ ਸਕਦੇ ਹਾਂ। ਹੁਣ ਅੱਗੇ ਆ ਗਿਆ ਐਕਸਰਸਾਈਜ਼ 14.1 ਕਹਿੰਦਾ give 5 example you collect data from your day to day life। ਆ 5 ਐਗਜ਼ਾਮਪਲਾਂ ਤੋਂ ਲਿਖ ਸਕਦੇ ਤੁਸੀਂ। ਡੇਲੀ ਟੈਂਪਰੇਚਰ ਆਫ ਯੂਅਰ ਲੋਕੈਲਿਟੀ ਇਨ ਸਿਟੀ, ਇਹ 5ਵਾਂ ਹੋ ਗਿਆ। ਹੁਣ ਅੱਗੇ ਨੇ ਕੁਐਸਚਨ ਕੀਤਾ ਕਿਹੜਾ ਪ੍ਰਾਇਮਰੀ ਡਾਟਾ ਕਿਹੜਾ ਸੈਕੰਡਰੀ ਡਾਟਾ। ਇੱਥੇ ਵੀ ਲਿਖਿਆ ਹੋਇਆ ਨੇ ਕਹਿੰਦਾ ਵੈਨ ਇਨਫੋਰਮੇਸ਼ਨ ਵਾਜ਼ ਕਲੈਕਟਡ ਬਾਏ ਦਾ ਇਨਵੈਸਟੀਗੇਟਰ ਹਰਸੈਲਫ is for definite objective in her mind, the data obtained is called primary data। ਜਿਸ ਤਰ੍ਹਾਂ ਐਗਜ਼ਾਮਪਲ ਲੈ ਲਈਏ ਸੌਖੀ ਜੀ। ਮੈਂ ਡਾਟਾ ਆਪ ਮੰਨ ਲਓ ਇਕੱਠਾ ਕਰਦਾ। ਰਾਮ ਦਾ ਭਾਰ 35 ਕਿਲੋਗ੍ਰਾਮ, ਸ਼ਾਮ ਦਾ 32 ਕਿਲੋਗ੍ਰਾਮ ਆ, ਕਲਾਸ ਦਾ ਤੋਲ ਕੇ ਆਪ ਕਲੈਕਟ ਕੀਤਾ। ਇਹ ਬਣ ਗਿਆ ਮੇਰਾ ਪ੍ਰਾਇਮਰੀ ਡਾਟਾ। ਇੱਥੋਂ ਮੈਂ ਦੇਖਣਾ ਚਾਹੁੰਦਾ ਵੀ ਕਿਹੜਾ ਬੱਚਾ ਅੰਡਰ ਵੇਟ ਆ, ਕਿਹੜਾ ਓਵਰ ਵੇਟ ਆ, ਕਿਹੜਾ ਫਿੱਟ ਹੈ। ਇਹ ਬਣ ਗਿਆ ਪ੍ਰਾਇਮਰੀ ਡਾਟਾ। ਮੰਨ ਲਓ ਇਹ ਡਾਟਾ ਮੈਂ ਕਿਤੋਂ ਹੋਰੋਂ ਲੈਣਾ, ਮੰਨ ਲਓ ਕਲੈਕਟ ਕਿਸੇ ਹੋਰ ਨੇ ਕੀਤਾ। ਮੰਨ ਲਓ ਸਕੂਲ ਦੇ ਕਿਸੇ ਹੋਰ ਦੀ ਡਿਊਟੀ ਲੱਗੀ ਸੀਗੀ ਕਰਮਚਾਰੀ ਦੀ, ਉਹਨੇ ਕਲੈਕਟ ਕੀਤਾ। ਫਿਰ ਇਹ ਬਣ ਜਾਣਾ ਸੈਕੰਡਰੀ ਡਾਟਾ। ਜਿਸ ਤਰ੍ਹਾਂ ਆਪਾਂ ਅਖਬਾਰਾਂ ਤੋਂ ਡਾਟਾ ਲੈਂਦੇ ਹਾਂ ਜਾਂ ਨਿਊਜ਼ਪੇਪਰ ਤੋਂ ਡਾਟਾ ਕਲੈਕਟ ਕਰਦੇ ਹਾਂ, ਉਹ ਕੀ ਬਣ ਜਾਂਦਾ ਸੈਕੰਡਰੀ ਡਾਟਾ। ਜਿਹੜਾ ਆਪ ਆਪਾਂ ਡਾਟਾ ਕਲੈਕਟ ਕਰਦੇ ਕਿਸੇ ਖਾਸ ਓਬਜੈਕਟਿਵ ਲਈ ਉਹ ਪ੍ਰਾਇਮਰੀ ਡਾਟਾ। ਜਿਹੜਾ ਆਪਾਂ ਕੋਈ ਡਾਟਾ ਕਿਸੇ ਹੋਰ ਸੋਰਸ ਤੋਂ ਲੈਂਦੇ ਹਾਂ, ਆ ਇੱਥੇ ਲਿਖਿਆ ਆ ਕਹਿੰਦਾ ਵੈਨ ਦਾ ਇਨਫੋਰਮੇਸ਼ਨ ਗੈਦਰਡ ਫਰੋਮ ਆ ਸੋਰਸ, ਕਿਸੇ ਹੋਰ ਸੋਰਸ ਤੋਂ ਲਿਆ, ਆਲਰੇਡੀ ਹੈਡਸ ਸਟੋਰਡ, ਜਿੱਥੇ ਪਹਿਲਾਂ ਇਨਫੋਰਮੇਸ਼ਨ ਪਈ ਉੱਥੋਂ ਆਪਾਂ ਡਾਟਾ ਲੈ ਲਿਆ ਤਾਂ ਉਹਨੂੰ ਕੀ ਕਹਿੰਦੇ ਆ ਸੈਕੰਡਰੀ ਡਾਟਾ। ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਮੀਡੀਆ ਤੋਂ ਲੈ ਲਿਆ,
ਨਿਊਜ਼ਪੇਪਰਸ ਤੋਂ ਲੈ ਲਿਆ, ਮੈਗਜ਼ੀਨਸ ਤੋਂ ਲੈ ਲਿਆ, ਉਹ ਕੀ ਬਣ ਜਾਂਦਾ ਸੈਕੰਡਰੀ ਡਾਟਾ। ਹੁਣ ਇਹਨੇ ਕੁਐਸਚਨ ਨੰਬਰ 2 'ਚ ਕਿਹਾ ਕਲਾਸੀਫਾਈ ਦਾ ਡਾਟਾ ਇਨ ਕੁਐਸਚਨ 1 ਅਬਾਵ ਐਜ਼ ਪ੍ਰਾਇਮਰੀ ਔਰ ਸੈਕੰਡਰੀ। ਹਾਈਟ ਆਫ 20 ਸਟੂਡੈਂਟਸ ਆਫ ਯੂਅਰ ਕਲਾਸ। ਇਹ ਮੈਂ ਆਪ ਕੈਲਕੂਲੇਟ ਕੀਤੀ, ਉਹਨਾਂ ਦੀ ਹਾਈਟ ਆਪ ਮਾਪੀ ਹੈ, ਇਹ ਬਣ ਗਿਆ ਪ੍ਰਾਇਮਰੀ ਡਾਟਾ। ਨੰਬਰ ਆਫ ਐਬਸੈਂਟੀਜ਼ ਈਚ ਡੇ ਇਨ ਯੂਅਰ ਕਲਾਸ ਫॉर ਅ ਮੰਥ। ਜੇ ਨੰਬਰ ਆਫ ਐਬਸੈਂਟੀਜ਼ ਹੈ ਟੀਚਰ ਨੇ ਮੰਨ ਲਓ ਕੀਤੀ ਹੈ ਤਾਂ ਉਹ ਕੀ ਬਣ ਜਾਣਾ ਸੈਕੰਡਰੀ ਡਾਟਾ। ਜੇ ਤੁਸੀਂ ਟੀਚਰ ਆਪ ਹੋ ਤਾਂ ਫਿਰ ਇਹ ਬਣ ਜਾਣਾ ਪ੍ਰਾਇਮਰੀ ਡਾਟਾ। ਇਸ ਨੰਬਰ ਆਫ ਮੈਂਬਰਸ ਇਨ ਦਾ ਫੈਮਿਲੀ ਆਫ ਯੂਰ ਕਲਾਸਮੇਟਸ। ਜਿਹੜੇ ਕਲਾਸਮੇਟਸ ਮੈਂਬਰ ਉਹ ਤੁਸੀਂ ਆਪ ਤਾਂ ਕੈਲਕੂਲੇਟ ਕੀਤੇ ਨਹੀਂ, ਉਹ ਬੱਚਾ ਹੀ ਦੱਸੇਗਾ ਜਿਹਦੀ ਫੈਮਿਲੀ ਹੋਏਗੀ, ਇਹ ਬਣ ਗਿਆ ਸੈਕੰਡਰੀ ਡਾਟਾ। ਹਾਈਟ ਆਫ 15 ਪਲਾਂਟਸ ਇਨ ਔਰ ਅਰਾਊਂਡ ਯੂਅਰ ਸਕੂਲ। ਇਹ ਤਾਂ ਕਿਸੇ ਕਰਮਚਾਰੀ ਨੇ ਕੈਲਕੂਲੇਟ ਕੀਤਾ ਹੋਣਾ, ਇਹ ਵੀ ਬਣ ਗਿਆ ਸੈਕੰਡਰੀ ਡਾਟਾ। ਅਤੇ ਅੱਗੇ ਡੇਲੀ ਟੈਂਪਰੇਚਰ ਆਫ ਯੂਅਰ ਲੋਕੈਲਿਟੀ ਔਰ ਸਿਟੀ। ਇਹ ਵੀ ਤੁਸੀਂ ਆਪ ਤਾਂ ਕੈਲਕੂਲੇਟ ਕੀਤਾ ਨਹੀਂ ਹੋਣਾ, ਇਹ ਵੀ ਕੀ ਬਣ ਜਾਏਗਾ ਸੈਕੰਡਰੀ ਡਾਟਾ। ਇੱਦਾਂ ਇਹ ਐਗਜ਼ਾਮਪਲਾਂ ਲਿਖ ਸਕਦੇ ਹੋ। ਹੁਣ ਨੈਕਸਟ ਹੈ ਸਟੈਟਿਸਟਿਕਸ 9th ਕਲਾਸ ਮੈਥ ਪ੍ਰੈਜੈਂਟਿੰਗ ਆਫ ਡਾਟਾ। ਡਾਟੇ ਨੂੰ ਪ੍ਰੈਜੈਂਟੇਸ਼ਨ ਕਿੱਦਾਂ ਕਰਨੀ ਹੈ। ਮੰਨ ਲਓ 10 ਸਟੂਡੈਂਟਸ ਆ ਜਿਨ੍ਹਾਂ ਦੇ ਮੈਥਮੈਟਿਕਸ ਟੈਸਟ ਦੇ ਵਿੱਚ ਆ ਨੰਬਰ ਆਏ ਆ 55, 36, 95, 73 ਇੱਦਾਂ। ਇਹ ਜਿਹੜਾ ਡਾਟਾ ਹੈਗਾ ਇਹ ਹੈਗਾ ਰਾ ਡਾਟਾ, ਕਿਉਂਕਿ ਇਹ ਕਿਸੇ ਸਿਸਟਮੈਟਿਕ ਫਾਰਮ ਦੇ ਵਿੱਚ ਨਹੀਂ ਲੱਗਾ। ਹੁਣ ਮੈਂ ਇਹਨੂੰ ਅਸੈਂਡਿੰਗ ਆਰਡਰ ਜਾਂ ਡਿਸੈਂਡਿੰਗ ਆਰਡਰ 'ਚ ਲਾ ਦਿਆਂ, ਇੱਥੇ ਅਸੈਂਡਿੰਗ ਆਰਡਰ 'ਚ ਲੱਗਾ बढ़ते क्रम में, ਤਾਂ ਇਹ ਇੱਕ ਸਿਸਟਮੈਟਿਕ ਫਾਰਮ ਦੇ ਵਿੱਚ ਬਣ ਗਿਆ। ਹੁਣ ਇਹ ਜਿਹੜਾ ਡਾਟਾ ਹੁਣ ਇੱਥੋਂ ਮੈਨੂੰ ਡਾਇਰੈਕਟ ਪਤਾ ਲੱਗ ਜਾਣਾ ਜਾਏਗਾ ਕਿ ਕਿਹਦੇ ਮੈਕਸੀਮਮ ਨੰਬਰ ਆ ਕਿਹਦੇ ਮਿਨੀਮਮ ਆ। ਅਤੇ ਇਹ ਫਿਰ ਡਾਟੇ ਨੂੰ ਅਸੀਂ ਇਹ ਰੇਂਜ ਕੱਢ ਸਕਦੇ ਇਸ ਡਾਟੇ ਦੀ ਕਿਸ ਤਰ੍ਹਾਂ। ਹਾਈਐਸਟ ਦੇ ਵਿੱਚੋਂ ਲੋਐਸਟ ਘਟਾ ਦਿਓ, 95 ਚੋਂ 25 ਘਟਾ ਦਿਓ ਅਤੇ ਉਹ ਬਣ ਗਏ 70। ਇਹਨੂੰ ਆਪਾਂ ਕਹਿੰਦੇ ਰੇਂਜ ਆਫ ਦਿਸ ਡਾਟਾ। ਇਹ ਜਿਹੜਾ ਡਾਟਾ ਆਪਾਂ ਇਕੱਠਾ ਕੀਤਾ ਸੀ ਇਹਦੀ ਰੇਂਜ ਹੈਗੀ ਹੈ। ਰੇਂਜ ਦੇ ਹਿਸਾਬ ਨਾਲ ਹੀ ਆਪਾਂ ਇਹਨਾਂ ਦੇ ਕਲਾਸ ਇੰਟਰਵਲ ਬਣਾਉਂਦੇ। ਹੁਣ ਦੇਖੀਏ ਕਲਾਸ ਇੰਟਰਵਲ ਕਿਸ ਤਰ੍ਹਾਂ ਬਣਦੇ। ਹੁਣ ਕਈ ਵਾਰੀ ਡਾਟਾ ਬਹੁਤ ਜ਼ਿਆਦਾ ਹੁੰਦਾ ਅਤੇ ਬਹੁਤ ਲੰਬਾ ਵੀ ਹੁੰਦਾ, ਜ਼ਿਆਦਾ ਆંકੜੇ ਦੂਰ ਤੱਕ ਜਾਂਦੇ ਨੇ। ਜਿਸ ਤਰ੍ਹਾਂ ਨੰਬਰ ਆ 20 ਤੋਂ ਲੈ ਕੇ ਮੰਨ ਲਓ 100 ਤੱਕ ਚਲੇ ਗਏ, ਤਾਂ ਫਿਰ ਮੈਨੂੰ ਇਹਨਾਂ ਦੇ ਕਲਾਸ ਇੰਟਰਵਲ ਬਣਾਉਣਾ 5 ਤੋਂ 10, 10 ਤੋਂ 20, 20, 0 ਤੋਂ 5, 5 ਤੋਂ 10, 10 ਤੋਂ 20 ਇੱਦਾਂ ਵੀ ਬਣਾ ਸਕਦਾ। ਜਿੱਦਾਂ ਇਹਨੇ ਬਣਾਏ 20 ਤੋਂ 29, 30 ਤੋਂ 39, 40 ਤੋਂ 49, ਫਿਰ ਇਹਨਾਂ ਦੇ ਬਣ ਗਏ ਕਲਾਸ ਇੰਟਰਵਲ। ਹੁਣ ਜਿਹੜੀ ਆਹ ਲਿਮਿਟ ਹੈਗੀ ਆ ਇਹਨੂੰ ਆਪਾਂ ਕਹਿੰਦੇ ਲੋਅਰ ਲਿਮਿਟ। ਜਿਹੜੀ ਨੀਚੇ ਵਾਲੀ ਆਹ ਹੋ ਗਈ ਇਹਦੀ ਅਪਰ ਲਿਮਿਟ। ਇਹ ਲੋਅਰ ਲਿਮਿਟ ਆ, ਅਪਰ ਲਿਮਿਟ ਆ, ਇਹ ਯਾਦ ਰੱਖਣਾ। ਇਹਨਾਂ ਦੋਨਾਂ ਨੂੰ ਘਟਾ ਦਿਓ ਕਿ ਜਿਹੜੀ ਵੈਲਿਊ ਆਏਗੀ ਇਹਨਾਂ ਦੇ ਵਿੱਚ ਜਿਹੜਾ ਸਾਈਜ਼ ਆਏਗਾ ਉਹਨੂੰ ਆਪਾਂ ਕਹਿੰਦੇ ਹਾਂ ਕਲਾਸ ਸਾਈਜ਼। ਲਓ ਹੋਰ ਦੇਖੋ ਅੱਗੇ ਐਗਜ਼ਾਮਪਲ। ਜਿੱਦਾਂ ਹੁਣ ਆਹ ਵਾ 30.5 ਤੋਂ 35.5 ਆ, 35 ਪੁਆਇੰਟ ਤੋਂ 5 ਤੋਂ ਆ ਗਿਆ 40.5। ਆਹ ਇਹਦੇ ਕਲਾਸ ਇੰਟਰਵਲ ਵੇਟ ਹੈ ਸਟੂਡੈਂਟਸ ਦਾ ਅਤੇ ਹੈਗੇ ਨੰਬਰ ਆਫ ਸਟੂਡੈਂਟਸ। 30.5 ਕਿਲੋਗ੍ਰਾਮ ਤੋਂ 35.5 ਕਿਲੋਗ੍ਰਾਮ ਦਾ ਜਿਹੜਾ ਵੇਟ ਸੀ ਉਹ ਨੰਬਰ ਆਫ ਸਟੂਡੈਂਟ 9 ਆ। ਹੁਣ ਜਿਹੜਾ 35.5 ਹੈ ਨਾ ਉਹ ਇਹਦੇ 'ਚ ਨਹੀਂ ਲੈਣਾ, ਕਿਉਂਕਿ ਇੱਥੇ 2 ਜਗ੍ਹਾ 'ਤੇ ਲਿਖਿਆ ਹੋਇਆ ਨਾ, ਉਹ ਤੁਸੀਂ ਇਹ ਨੀਚੇ ਵਾਲੇ 'ਚ ਲੈਣਾ ਜਿੱਥੋਂ ਸਟਾਰਟ ਹੈ। ਇਹਦਾ 40.5 ਹੈ ਨਾ ਜਿਹੜਾ ਉਹ ਇੱਥੇ ਨਹੀਂ ਲੈਣਾ, ਉਹ ਇੱਥੇ ਲੈਣਾ। ਇੰਨੀ ਗੱਲ ਦਾ ਯਾਦ ਰੱਖਣਾ। ਹੁਣ ਜਿੱਦਾਂ 55.5 ਆ ਉਹ ਇੱਥੇ ਨਹੀਂ ਲੈਣਾ, ਇੱਥੇ ਲੈਣਾ ਜਿੱਥੋਂ ਇਹ ਸ਼ੁਰੂ ਹੋਈ ਹੈ। ਆਹ ਇਹਦੀ ਲੋਅਰ ਲਿਮਿਟ ਆ, ਆਹ ਅਪਰ ਲਿਮਿਟ। ਆਹ ਹੈਗੀ ਲੋਅਰ ਲਿਮਿਟ, ਆਹ ਇਹਦੀ ਹੈਗੀ ਆ ਅਪਰ ਲਿਮਿਟ। ਇਹ ਯਾਦ ਰੱਖਣਾ।